सत श्री अकाल जी। तुसीं प्राइम मिनिस्टर टैलीविजन देख रहे हो। मैं हाँ स्वर्ण सिंह टैणा। तो दोस्तों, हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाले जाने तो पहला पंजाब के मौसम की हाल बयानी करनी बनती है। अज जलंधर, मोहाली ते कुछ कुछ होर शहरों के विच किणमण किणमण हुई है। वो भी 5-7-10 मिनट के लिए हुई है। उहदे नाल सड़कां जिहियां गिल्लियां होईयां, पर मौसम के विच कोई बहुती वड्डी तब्दीली आई नहीं। तो मौसम विभाग ने यह गल कही है कि आउंदा एक हफ्ता जिहड़ा पूरे का पूरा उहदे विच कोई मौसम के विच तब्दीली की आस नहीं। गर्मी पैंदी रहनी है, कोई बदलवाई नहीं, तो कोई कणी की आस है नहीं गी। सो हुण जेकर पहली वड्डी खबर के वाल जाना होवे तां ओह है किसानी अंदोलन दे नाल जुड़ी हुई। पंजाब दे विच अज तो सिखर दे उत्ते, होर भी सिखर दे उत्ते किसान अंदोलन पहुंच चुकिया, क्योंकि अज तो लैके 26 तरीक तक पंजाब दे विच रेलां रोकीਆਂ जाणीਆਂ। इन्हां रेलां नूं रोकण दा प्रोग्राम पिंड पिंड दे विच जाके ਵੱਖ-ਵੱਖ किसान यूनियनां ने पहलां ही तैयार कीता होया। 25 तरीक नूं पंजाब नूं बंद रखण दा सੱਦਾ ਦਿੱਤਾ होया। ਇਹ ਇੱਕ ਵੱਖਰੀ ਗੱਲ ਆ ਵੀ 25 तरीक नूं पंजाब नूं बंद रखण दा ਸੱਦਾ पंजाब ਦੀਆਂ किसान यूनियनां ते खेत मजदूर यूनियन ਦੇ ਵੱਲੋਂ ਦਿੱਤਾ ਗਿਆ। पर श्रोमणी अकाली दल बादल ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 25 ਨੂੰ ਹੀ ਅਸੀਂ ਪੰਜਾਬ ਦੇ ਵਿੱਚ ਚੱਕਾ ਜਾਮ ਕਰਾਂਗੇ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਰੌਂ ਦੇ ਵਿੱਚ ਹੈ, ਸਭ ਦੀ ਆਪੋ ਆਪਣੀ ਇੱਛਾ। ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਮਚਲੇ ਅੰਦਾਜ਼ ਦੇ ਵਿੱਚ ਸਾਰੀਆਂ ਗੱਲਾਂ ਇਗਨੋਰ ਕੀਤੀਆਂ ਜਾ ਰਹੀਆਂ, ਉਹਨਾਂ ਦੇ ਵੱਲੋਂ ਇੱਕ ਪਾਸੇ ਕੀਤੀਆਂ ਜਾ ਰਹੀਆਂ ਕਿਸਾਨਾਂ ਦੀਆਂ ਮੰਗਾਂ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਚਿੰਤਾਵਾਂ, ਉਹਦੇ ਉੱਤੇ ਰਹਿ ਕੇ ਦੁੱਖ ਵੀ ਹੁੰਦਾ। ਤੇ ਇਸ ਗੱਲ ਦੇ ਉੱਤੇ ਵੱਧ ਦੁੱਖ ਹੁੰਦਾ ਕਿ ਗਿਰਗਿਟ ਵਰਗੇ ਜਿਹੜੇ ਸਾਡੇ ਰਾਜਨੀਤਿਕ ਲੋਕ ਆ, ਉਹ ਲੋੜ ਪੈਣ ਦੇ ਉੱਤੇ ਕਿਵੇਂ ਪੈਰਾਂ ਦੇ ਵਿੱਚ ਲੰਮੇ ਪੈ ਜਾਂਦੇ ਆ, ਤੇ ਜਦੋਂ ਮਤਲਬ ਨਿਕਲ ਜਾਂਦਾ ਤੇ ਕਿਵੇਂ ਹਿੱਕ ਤਾਣ ਕੇ ਖੜ ਜਾਂਦੇ ਆ ਵੀ ਸਾਨੂੰ ਕੁਝ ਸੁਣਦਾ ਨਹੀਂ ਤੇ ਸਾਨੂੰ ਕੋਈ ਲੋੜ ਨਹੀਂ। ਇਸ ਵਕਤ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਪਹੁੰਚਿਆ, ਇਹਦੇ ਵਿੱਚ ਸੰਨ ਲਾਉਣ ਦੀ ਬਹੁਤ ਸਾਰੇ ਲੋਕ ਕੋਸ਼ਿਸ਼ ਕਰ ਰਹੇ ਆ। 31 ਦੇ ਕਰੀਬ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਸ ਵਕਤ ਸਿਰ ਧੜ ਦੀ ਬਾਜ਼ੀ ਲਈ ਬੈਠੀਆਂ। ਮੈਨੂੰ ਦੁੱਖ ਤਾਂ ਇਸ ਗੱਲ ਦਾ ਹੈਗਾ ਕਿ ਪੰਜਾਬ ਦੇ ਕਿਸਾਨ ਨੂੰ ਇੰਨਾ ਕੁਝ ਕਰਨ ਦੇ ਬਾਵਜੂਦ ਸੜਕਾਂ ਦੇ ਉੱਤੇ ਬਹਿਣਾ ਪੈ ਰਿਹਾ। ਪਰ ਇਸ ਗੱਲ ਦੀ ਤਸੱਲੀ ਵੀ ਹੈ ਕਿ ਬੇਸ਼ੱਕ ਸਾਡੇ ਵਿੱਚ ਜਿੰਨੀ ਮਰਜ਼ੀ ਫੁੱਟ ਪਈ ਹੋਵੇ, ਬੇਸ਼ੱਕ ਅਸੀਂ ਜਿੰਨੀਆਂ ਮਰਜ਼ੀ ਵੰਡੀਆਂ ਦੇ ਵਿੱਚ ਪੈ ਗਏ ਹੋਈਏ, ਬੇਸ਼ੱਕ ਜਿੰਨੀਆਂ ਮਰਜ਼ੀ ਯੂਨੀਅਨਾਂ ਬਣ ਗਈਆਂ ਹੋਣ, ਸਭ ਦੇ ਆਪੋ ਆਪਣੇ ਹੋ ਸਕਦਾ ਵੀ ਤਰੀਕੇ ਹੋਣ ਚੱਲਣ ਦੇ ਤੇ ਨਾ ਚੱਲਣ ਦੇ। ਪਰ ਇਸ ਮੋੜ ਦੇ ਉੱਤੇ, ਇਸ ਮੌਕੇ ਦੇ ਉੱਤੇ ਆ ਕੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੈ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਆ, ਪਰ ਹੁਣ ਜਦੋਂ ਕਿਸਾਨੀ ਦੇ ਸਿਰ ਉੱਤੋਂ ਨਹੀਂ ਪਾਣੀ ਲੰਘਣ ਲੱਗਿਆ ਤਾਂ ਫਿਰ ਸਾਰੀਆਂ ਜਥੇਬੰਦੀਆਂ ਇੱਕ ਹੈ। ਬੱਚੇ ਹੋਣ, ਬਜ਼ੁਰਗ ਹੋਣ, ਔਰਤਾਂ ਹੋਣ, ਮਾਵਾਂ ਭੈਣਾਂ, ਸਾਰੀਆਂ ਜਿਹੜੀਆਂ ਇਸ ਵਕਤ ਸੜਕਾਂ ਦੇ ਉੱਤੇ ਬੈਠੀਆਂ, ਘਰਾਂ ਦੇ ਵਿੱਚੋਂ ਰੋਟੀਆਂ ਪੱਕ ਕੇ ਜਾ ਰਹੀਆਂ ਤੇ ਪਿਛਲੇ ਕਈ ਦਿਨਾਂ ਤੋਂ ਜਾ ਰਹੀਆਂ। ਘਰਾਂ ਦੇ ਵਿੱਚੋਂ ਚਾਹ ਬਣ ਕੇ ਜਾ ਰਹੀ ਆ। ਕੋਈ ਡੋਲੂ ਲੈ ਕੇ ਚਾਹ ਦਾ ਆ ਰਿਹਾ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਰੋਟੀਆਂ 20 ਲੈ ਕੇ ਆ ਰਿਹਾ, ਕੋਈ 10 ਲੈ ਕੇ ਆ ਰਿਹਾ, ਕਿਤੇ ਲੰਗਰ ਲੱਗੇ ਹੋਏ ਆ। ਸੋ ਇਹ ਜਜ਼ਬਾ ਜਿਹੜਾ ਉਹ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਮਿਲਿਆ, ਉਹ ਬੜੇ ਲੰਮੇ ਸਮੇਂ ਬਾਅਦ ਦੇਖਣ ਨੂੰ ਮਿਲਿਆ। ਤੇ ਦਿੱਲੀ ਦਾ ਤਖਤ ਜ਼ਰੂਰ ਹਿੱਲੂਗਾ ਇਸ ਜਜ਼ਬੇ ਤੋਂ ਬਾਅਦ, ਇਸ ਗੱਲ ਦੀ ਪੱਕੀ ਗਰੰਟੀ ਹੈ। ਪਰ ਉਹ ਬੇਗੈਰਤ ਲੋਕ ਜਿਹੜੇ ਕਿ ਇਸ ਵਕਤ ਇਹ ਗੱਲ ਕਹਿ ਰਹੇ ਆ ਕਿ ਜਿਹੜੇ ਖੇਤੀ ਬਿੱਲ ਆ ਉਹ ਤਾਂ ਬਹੁਤ ਕਮਾਲ ਦੀ ਗੱਲ ਹੈ, ਮੋਦੀ ਸਾਹਿਬ ਨੇ ਜੋ ਕੁਝ ਕਰ ਦਿਖਾਇਆ ਉਹ ਕਦੇ ਕਿਸੇ ਨੇ ਕੀਤਾ ਹੀ ਨਹੀਂ। ਉਹ ਭਾਵੇਂ ਕੰਗਣਾ ਰਣੌਤ ਹੋਵੇ, ਭਾਵੇਂ ਸਨੀ ਦਿਓਲ ਹੋਵੇ, ਭਾਵੇਂ ਦਲੇਰ ਮਹਿੰਦੀ ਹੋਵੇ, ਭਾਵੇਂ ਅਨੁਪਮ ਖੇਰ ਹੋਵੇ, ਤੇ ਭਾਵੇਂ ਕੋਈ ਵੀ ਹੋਰ ਪਾਰਟੀ ਦਾ ਨੇਤਾ ਹੋਵੇ ਜਾਂ ਕੋਈ ਵੀ ਸੰਸਦ ਮੈਂਬਰ ਹੋਵੇ, ਭਾਵੇਂ ਕੋਈ ਕੇਂਦਰੀ ਮੰਤਰੀ ਹੋਵੇ, ਭਾਵੇਂ ਕੋਈ ਸੂਬਾ ਪ੍ਰਧਾਨ ਹੋਵੇ, ਉਹਨਾਂ ਦੇ ਵੱਲੋਂ ਜਦੋਂ ਤਰਕ ਪੇਸ਼ ਕੀਤੇ ਜਾਂਦੇ ਆ ਕਿ ਮੋਦੀ ਸਾਹਿਬ ਨੇ ਤਾਂ ਦੇਸ਼ ਦਾ ਕਲਿਆਣ ਕਰਤਾ, ਕਿਸਾਨਾਂ ਬਾਰੇ ਬਹੁਤ ਕੁਝ ਸੋਚਿਆ, ਉਹਨਾਂ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਆ ਕਿ ਜਿਹੜਾ 14 ਦੇ ਵਿੱਚ ਸੋਚਿਆ ਸੀ ਨਾ ਕਿ ਅਸੀਂ ਸਵਾਮੀਨਾਥਨ ਫਾਰਮੂਲਾ ਲਾਗੂ ਕਰਾਂਗੇ, ਪਹਿਲਾਂ ਉਹ ਲਾਗੂ ਕਰ ਦਿਓ, ਬਾਅਦ ਦੇ ਵਿੱਚ ਬਿੱਲ ਬੇਸ਼ੱਕ ਮਗਰੇ ਲਾਗੂ ਕਰ ਦਿਓ। ਤੁਸੀਂ ਉਹ ਕੁਝ ਕਰਦੇ ਨਹੀਂ ਜਿਹੜਾ ਕੁਝ ਕਿਹਾ ਸੀ, ਜਿਹੜਾ ਕੁਝ ਕਿਹਾ ਨਹੀਂ ਉਹ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਕਰਦੇ ਆ। ਇੰਨੇ ਕਿਸਾਨ ਹਿਤੈਸ਼ੀ ਆਪਾਂ ਕਦੋਂ ਤੋਂ ਹੋ ਗਏ ਆ। ਸੋ ਖਬਰਾਂ ਆ ਰਹੀਆਂ ਕਿ ਕਿਸਾਨੀ ਅੰਦੋਲਨ ਨੂੰ ਪਾੜਨ ਦੇ ਲਈ, ਇਹਨਾਂ ਨੂੰ ਵਿਗਾੜਨ ਦੇ ਲਈ, ਆਪਸ ਦੇ ਵਿੱਚ ਲੜਾਉਣ ਦੇ ਲਈ ਕਈ ਤਰ੍ਹਾਂ ਦੇ ਛੜਯੰਤਰ ਰਚੇ ਜਾ ਰਹੇ ਆ। ਪਰ ਅੱਜ ਮੇਰੀਆਂ ਅੱਖਾਂ ਨੇ ਮੂਹਰ ਦੀ ਇੱਕ ਵੀਡੀਓ ਨਿਕਲੀ ਆ, 1.5-2 ਮਿੰਟ ਦੀ ਇਹ ਵੀਡੀਓ ਆ। ਇਹਦੇ ਵਿੱਚ ਅਨੁਪਮ ਖੇਰ ਹੋਰੀਆਂ ਜਿਹੜੇ ਉਹ ਕਿਸਾਨ ਨਾਲ ਇੱਕ ਹੋਰ ਸਾਥੀ ਆ, ਮੰਡੀ ਦੇ ਵਿੱਚ ਕਣਕ ਦੀਆਂ ਢੇਰੀਆਂ ਲੱਗੀਆਂ ਹੋਈਆਂ। ਤੇ ਅਨੁਪਮ ਖੇਰ ਇਹ ਗੱਲ ਕਹਿ ਰਿਹਾ ਕਿ ਸਾਨੂੰ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਕੋਈ ਆਇਆ ਨਹੀਂ ਇੱਥੇ ਇੰਸਪੈਕਟਰ ਜਿਹੜਾ ਕਿ ਮੰਡੀ ਦੇ ਵਿੱਚ ਕਣਕ ਦੀ ਬੋਲੀ ਲਾਵੇ। ਇੰਨੇ ਚਿਰ ਨੂੰ ਦਾਰੂ ਪੀਂਦਾ ਇੱਕ ਇੰਸਪੈਕਟਰ ਆਉਂਦਾ, ਉਹ ਢੇਰੀਆਂ ਦੇ ਵਿੱਚੋਂ ਕਣਕ ਚੁੱਕਦਾ ਇੱਕ ਮੁੱਠੀ, ਤੇ ਕਿਸੇ ਨੂੰ ਕਹਿੰਦਾ ਜੀ ਕਿ ਇਹਦੇ ਲਾ ਦਿਓ ਇੰਨੇ ਪੈਸੇ, ਕਿਸੇ ਨੂੰ ਕਹਿੰਦਾ ਜੀ ਇਹਦੇ ਲਾ ਦਿਓ 135 ਰੁਪਏ ਕੁਇੰਟਲ, ਫਿਰ ਕਿਸੇ ਨੂੰ ਕਹਿੰਦਾ ਜੀ ਕਿ ਇਹਦੇ 182 ਰੁਪਏ ਕੁਇੰਟਲ ਲਾ ਦਿਓ। ਬਾਅਦ ਦੇ ਵਿੱਚ ਅਮਰੀਸ਼ਪੁਰੀ ਇੱਕ ਘੋੜੇ ਦੇ ਉੱਤੇ ਆਉਂਦਾ ਤੇ ਉਹ ਹੈਗਾ ਠਾਕੁਰ, ਉਹ ਹੈਗਾ ਸਾਰੇ ਕਿਸਾਨਾਂ ਦੇ ਕੋਲੋਂ ਕਰਜ਼ਾ ਉਗਰਾਉਣ ਵਾਲਾ ਤੇ ਉਹਨਾਂ ਦੇ ਕੋਲੋਂ ਟੈਕਸ ਲੈਣ ਵਾਲਾ। ਉਹ ਆ ਕੇ ਫਰਮਾਨ ਜਾਰੀ ਕਰਦਾ ਜੀ ਕਿ ਸਾਡੇ ਹਿੱਸੇ ਦਾ ਪੈਸਾ ਸਭ ਤੋਂ ਪਹਿਲਾਂ ਇੱਥੇ ਪਹੁੰਚਣਾ ਚਾਹੀਦਾ। ਪਰ ਬਾਅਦ ਦੇ ਵਿੱਚ ਉਹੀ ਅਨੁਪਮ ਖੇਰ ਯਾਨੀ ਕਿ ਉਹ ਕਿਸਾਨ ਇੱਕ ਹੱਟੀ ਦੇ ਉੱਤੇ ਜਾਂਦਾ, ਉੱਥੇ ਜਾ ਕੇ ਪੁੱਛਦਾ ਜੀ ਕਿ ਅੱਜ ਆਟੇ ਦਾ ਕੀ ਭਾਅ।
ਉਹ ਕਹਿੰਦਾ ਜੀ 250 ਰੁਪਏ ਕੁਇੰਟਲ ਯਾਨੀ ਕਿ 2.5 ਰੁਪਏ ਕਿਲੋ ਆ। ਉਦੋਂ ਅਨੁਪਮ ਖੇਰ ਇਹ ਗੱਲ ਕਹਿੰਦਾ ਵੀ ਅੱਜ ਸਾਨੂੰ ਇਸੇ ਗੱਲ ਦੇ ਬਾਬਤ ਵਿਚਲਾ ਮਾਜਰਾ ਸਮਝਣ ਦੀ ਲੋੜ ਹੈ ਵੀ ਮੰਡੀ ਦੇ ਵਿੱਚ ਕਣਕ ਆ ਜਿਹੜੀ ਉਹ 150 ਰੁਪਏ ਕੁਇੰਟਲ ਆ, ਤੇ ਜਦੋਂ ਇਹ ਪਿਸ ਕੇ ਤੇ ਇੱਥੇ ਹੱਟੀ ਦੇ ਉੱਤੇ ਪਹੁੰਚ ਗਈ ਆ ਆਟੇ ਦੇ ਰੂਪ ਦੇ ਵਿੱਚ ਤਾਂ ਇਹ ਬਣ ਗਈ ਹੈ 200 ਤੇ 50 ਰੁਪਏ ਕੁਇੰਟਲ। ਸੋ ਉਸ ਥਾਂ ਦੇ ਉੱਤੇ ਅਨੁਪਮ ਖੇਰ ਇਹ ਗੱਲ ਕਹਿੰਦਾ ਕਿ ਸਾਨੂੰ ਇਹੀ ਮਾਜਰਾ ਸਮਝਣਾ ਪੈਣਾ, ਕਿਉਂਕਿ ਇਹ ਜਿਹੜੀ ਮੰਡੀ ਦੇ ਵਿੱਚ ਕਣਕ ਆ ਜੇਕਰ 150 ਰੁਪਏ ਕੁਇੰਟਲ ਹੈ ਜਾਂ 180 ਰੁਪਏ ਕੁਇੰਟਲ ਹੈ ਤਾਂ ਫਿਰ ਜਦੋਂ ਇਹ ਆਟੇ ਦੇ ਰੂਪ ਦੇ ਵਿੱਚ ਇੱਥੇ ਪਹੁੰਚਦੀ ਹੈ ਤਾਂ ਫਿਰ 100 ਰੁਪਏ ਦਾ ਫਰਕ ਪੈ ਜਾਂਦਾ। ਸਾਨੂੰ ਇਹ ਵਿਚਲੀ ਗੱਲ ਸਮਝਣੀ ਪਊਗੀ ਜੇਕਰ ਅਸੀਂ ਕਾਮਯਾਬ ਹੋਣਾ। ਉਸ ਫਿਲਮ ਦੇ ਵਿੱਚ ਇਸ ਸੀਨ ਦੇ ਵਿੱਚ ਤਾਂ ਅਨੁਪਮ ਖੇਰ ਕਿਸਾਨ ਪੱਖੀ ਗੱਲ ਕਰਦਾ ਵੀ ਕਿਸਾਨੀ ਕਿਵੇਂ ਉੱਤੇ ਜਾ ਸਕਦੀ ਹੈ, ਤੇ ਅੱਜ ਜਦੋਂ ਡੁੱਬੀ ਪਈ ਕਿਸਾਨੀ ਹੈ ਤੇ ਅਨੁਪਮ ਖੇਰ ਦੀ ਆਪਦੀ ਘਰਵਾਲੀ ਕਿਰਨ ਖੇਰ ਹੈ ਜਿਹੜੀ ਉਹ ਚੰਡੀਗੜ੍ਹ ਤੋਂ ਬੀਜੇਪੀ ਦੀ ਸੰਸਦ ਮੈਂਬਰ ਹੈ, ਤੇ ਅਨੁਪਮ ਖੇਰ ਜਦੋਂ ਆਪ ਬੀਜੇਪੀ ਦੀ ਗੋਦੀ ਦੇ ਵਿੱਚ ਬੈਠ ਕੇ ਗੱਲਾਂ ਕਰਦਾ ਤੇ ਉਦੋਂ ਸ਼ਾਇਦ ਉਹਨੂੰ ਇਹ ਸੀਨ ਆਪਣੀ ਹੀ ਫਿਲਮ ਦਾ ਚੇਤੇ ਨਹੀਂ ਆਇਆ ਵੀ ਮੈਂ ਇਸ ਰੂਪ ਦੇ ਵਿੱਚ ਵੀ ਅਦਾਕਾਰੀ ਕੀਤੀ ਹੋਈ ਹੈ। ਉਦੋਂ ਮੈਂ ਫਿਲਮ ਦੇ ਵਿੱਚ ਨਕਲੀ ਜ਼ਿੰਦਗੀ ਹਾਸਲ ਕੀਤੀ ਸੀ, ਪਰ ਜਿਹੜੇ ਅਸਲੀ ਜ਼ਿੰਦਗੀ ਦੇ ਵਿੱਚ ਅਸਲੀ ਨਾਇਕ ਆ ਸਾਡੇ, ਜਿਹੜੇ ਸੜਕਾਂ ਦੇ ਉੱਤੇ ਬੈਠੇ ਆ ਤੇ ਭੁੱਖਣ ਭਾਣੇ ਬੈਠੇ ਤੇ ਰਾਤਾਂ ਕੱਟਦੇ ਸੜਕਾਂ ਦੇ ਉੱਤੇ ਰੋਡਾਂ ਦੇ ਉੱਤੇ ਪੈ ਕੇ, ਉਹਨਾਂ ਲੋਕਾਂ ਦੇ ਬਾਬਤ ਅੱਜ ਅਨੁਪਮ ਖੇਰ ਨੂੰ ਚੇਤਾ ਨਹੀਂ ਆਉਂਦਾ। ਮੈਂ ਇਸੇ ਗੱਲ ਕਰਕੇ ਕਹਿਣਾ ਹੁੰਨਾ ਕਿ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਹ ਲੋਕ ਬੁਰਕਾ ਪਾ ਲੈਂਦੇ ਆ, ਇਹ ਲੋਕ ਭੇਸ ਵਟਾ ਲੈਂਦੇ ਆ, ਇਹ ਲੋਕ ਮੇਕਅਪ ਕਰਕੇ ਬਹੁਤ ਕੁਝ ਬਦਲਦੇ ਆ। ਅਸੀਂ ਨਹੀਂ ਪਛਾਣਦੇ, ਮੈਂ ਕਿਸੇ ਕਲਾਕਾਰ ਦੇ ਇੱਕ ਦੇ ਖਿਲਾਫ ਨਹੀਂ, ਪਰ ਜਿਹੜੇ ਕਲਾਕਾਰ ਭਾਈਚਾਰੇ ਦੇ ਲੋਕ ਇਸ ਵਕਤ ਕਿਸਾਨੀ ਦੇ ਹੱਕ ਦੇ ਵਿੱਚ ਆ, ਲੱਖ ਵਾਰੀ ਸਲਾਮ ਆ, ਪਰ ਅਨੁਪਮ ਖੇਰ ਵਰਗੇ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਪਹਿਲਾਂ ਉਹ ਖਬਰ ਸਾਂਝੀ ਕਰਦੇ ਆ ਜਿਹੜੀ ਕਿ ਅੱਜ ਸਭ ਦੇ ਸਾਹਮਣੇ ਆਈ ਆ ਬੜੇ ਵੱਡੇ ਪੱਧਰ ਦੇ ਵਿੱਚ, ਕਿਉਂਕਿ ਅੱਜ ਭਗਵੰਤ ਮਾਨ ਹੋਰਾਂ ਨੇ ਇੱਕ ਨੁਕਤਾ ਦੱਸਿਆ। ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ, ਜੇਕਰ ਉਹ ਗ੍ਰਾਮ ਸਭਾ ਸੱਦੀ ਜਾਵੇ ਪੰਚਾਇਤਾਂ ਦੇ ਵੱਲੋਂ ਤੇ ਉੱਥੇ ਵੋਟਿੰਗ ਕੀਤੀ ਜਾਵੇ ਜੀ ਕਿ ਇਹ ਜਿਹੜਾ ਖੇਤੀ ਬਿੱਲ ਆ ਇਹ ਪਾਸ ਨਹੀਂ ਹੋਣਾ ਚਾਹੀਦਾ, ਇਹਦੇ ਖਿਲਾਫ ਵੋਟਿੰਗ ਕੀਤੀ ਜਾਵੇ, ਤਾਂ ਸੁਪਰੀਮ ਕੋਰਟ ਵੀ ਇਹਨੂੰ ਤਬਦੀਲ ਨਹੀਂ ਕਰ ਸਕਦੀ। ਸਾਡੇ ਕੋਲੇ ਇੱਕ ਹਥਿਆਰ ਹੈ। ਆਪਾਂ ਜਾਣਦੇ ਕਿ ਪੰਚਾਇਤ ਨੂੰ ਅਸੀਂ ਛੋਟੀ ਇਕਾਈ ਮੰਨਦੇ ਹਾਂ। ਇਹ ਜਿਹੜੀ ਪੰਚਾਇਤ ਹੁੰਦੀ ਹੈ ਇਹ ਪਿੰਡ ਦੀ ਪਾਰਲੀਮੈਂਟ ਹੁੰਦੀ ਹੈ, ਤੇ ਇਹਦੇ ਵਿੱਚ ਜੇਕਰ ਗ੍ਰਾਮ ਸਭਾ ਦੇ ਰਾਹੀਂ ਕੋਈ ਵੋਟਿੰਗ ਹੋ ਜੇ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦੀ। ਇਸ ਕਰਕੇ ਪੰਜਾਬ ਦੀਆਂ 12,500 ਤੋਂ ਉੱਪਰ ਜਿਹੜੀਆਂ ਪੰਚਾਇਤਾਂ ਭਗਵੰਤ ਮਾਨ ਦੇ ਕਹਿਣ ਦੇ ਮੁਤਾਬਕ ਜੇਕਰ ਉਹ ਸਾਰੀਆਂ ਦੀਆਂ ਸਾਰੀਆਂ ਗ੍ਰਾਮ ਸਭਾ ਸੱਦਣ ਤੇ ਉਸ ਤੋਂ ਬਾਅਦ ਵੋਟਿੰਗ ਕਰਨ ਇਸ ਬਿੱਲ ਦੇ ਖਿਲਾਫ, ਤਾਂ ਆਪਾਂ ਜਿੱਤ ਜਾਵਾਂਗੇ, ਨਹੀਂ ਤਾਂ ਕੰਮ ਖਰਾਬ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਦੇ ਟਿੱਪਣੀ। ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੇ ਮੌਕੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਇੱਕ ਨਵੀਂ ਯੋਜਨਾ ਬਣਾਈ ਗਈ ਹੈ। ਉਹਨਾਂ ਨੇ ਪਿੰਡਾਂ ਦੇ ਸਰਪੰਚਾਂ ਨੂੰ ਬੁਲਾਇਆ ਤੇ ਪਿੰਡ ਦੇ ਵਿੱਚ ਗ੍ਰਾਮ ਸਭਾਵਾਂ ਸੱਦਣ ਵਾਸਤੇ ਕਿਹਾ। ਉਹਨਾਂ ਸਰਪੰਚਾਂ ਨੂੰ ਪਿੰਡ ਦੇ ਲੋਕਾਂ ਤੋਂ ਵੋਟਾਂ ਪਵਾ ਕੇ ਤੇ ਉਹਨਾਂ ਨੂੰ ਰਜਿਸਟਰਡ ਕਰਵਾ ਕੇ ਇੱਕ ਕਾਪੀ ਵਿਧਾਇਕ, ਡਿਪਟੀ ਕਮਿਸ਼ਨਰ ਤੇ ਸੰਸਦ ਮੈਂਬਰਾਂ ਨੂੰ ਭੇਜਣ ਵਾਸਤੇ ਕਿਹਾ। ਉਹਨਾਂ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਗ੍ਰਾਮ ਸਭਾ ਦੇ ਵਿੱਚ ਲੋਕਾਂ ਵੱਲੋਂ ਕੀਤੀ ਗਈ ਵੋਟਿੰਗ ਦੇ ਆਧਾਰ ਦੇ ਉੱਤੇ ਰਜਿਸਟਰ ਕਾਗਜ਼ਾਤ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਭਗਵੰਤ ਮਾਨ ਦੀ ਨਵੀਂ ਯੋਜਨਾ ਨੂੰ ਪਿੰਡਾਂ ਦੇ ਸਰਪੰਚ ਤੇ ਬਾਕੀ ਪੰਚਾਇਤ ਮੈਂਬਰ ਵੀ ਸਮਰਥਨ ਦੇ ਰਹੇ ਨੇ। ਭਗਵੰਤ ਮਾਨ ਨੇ ਕਿਹਾ ਕਿ ਜੋ ਕੰਮ ਅਸੀਂ ਉੱਥੇ ਬੈਠ ਕੇ ਨਹੀਂ ਕਰ ਸਕਦੇ ਉਹ ਤੁਸੀਂ ਇੱਥੇ ਹੇਠਲੇ ਪੱਧਰ ਦੇ ਉੱਤੇ ਬੈਠ ਕੇ ਕਰ ਸਕਦੇ ਹੋ। ਉਹਨਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਤੇ ਪੰਚਾਇਤ ਦੇ ਕੋਲੇ ਇੱਕ ਹੱਕ ਹੁੰਦਾ ਹੈ ਕਿ ਉਹ ਪਿੰਡ ਦੇ ਵਿੱਚ ਗ੍ਰਾਮ ਸਭਾ ਬੁਲਾ ਸਕਦੇ ਨੇ। ਗ੍ਰਾਮ ਸਭਾ ਪਿੰਡ ਦੇ ਵਿੱਚ ਇੱਕ ਐਲਾਨ ਕਰਦੀ ਹੈ ਤੇ ਪਿੰਡ ਦੇ ਲੋਕਾਂ ਵੱਲੋਂ ਇਕੱਠ ਕੀਤਾ ਜਾਂਦਾ ਤੇ ਜਿਸ ਵਿੱਚ ਮਸਲੇ ਦੀ ਗੱਲ ਜੋ ਵੀ ਕਰਨੀ ਹੁੰਦੀ ਹੈ ਲੋਕਾਂ ਨਾਲ ਕੀਤੀ ਜਾਂਦੀ ਹੈ। ਜਿਸ ਦਿਨ ਗ੍ਰਾਮ ਸਭਾ ਬੁਲਾਈ ਜਾਂਦੀ ਹੈ ਉਸ ਤੋਂ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਂਦਾ ਹੈ ਕਿ ਅਸੀਂ ਅਗਲੇ ਹਫ਼ਤੇ ਗ੍ਰਾਮ ਸਭਾ ਬੁਲਾ ਰਹੇ ਹਾਂ। ਉਸ ਦਿਨ ਪਿੰਡ ਦੇ ਲੋਕ ਜਿਨ੍ਹਾਂ ਦੀ ਵੋਟ ਬਣੀ ਹੁੰਦੀ ਹੈ ਉਹ ਮਸਲੇ ਦੇ ਹੱਕ ਜਾਂ ਵਿਰੋਧ ਦੇ ਵਿੱਚ ਵੋਟ ਪਾਉਂਦੇ ਨੇ ਤੇ ਜੋ ਵੀ ਨਤੀਜਾ ਆਉਂਦਾ ਹੈ ਪਿੰਡ ਦੇ ਸਰਪੰਚ ਪੰਚਾਇਤੀ ਰਜਿਸਟਰ ਦੇ ਵਿੱਚ ਉਹਨੂੰ ਰਜਿਸਟਰ ਕਰ ਲੈਂਦੇ ਨੇ ਤੇ ਇਸ ਦਰਜ ਦਸਤਾਵੇਜ਼ ਨੂੰ ਸੁਪਰੀਮ ਕੋਰਟ ਵੀ ਚੁਣੌਤੀ ਨਹੀਂ ਦੇ ਸਕਦੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਗਵੰਤ ਮਾਨ ਦੇ ਵੱਲੋਂ ਜਿਹੜੀ ਜੁਗਤ ਦੱਸੀ ਗਈ ਹੈ ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭਾਵੇਂ ਉਹ ਕਾਂਗਰਸ ਦੀਆਂ ਹੋਣ ਤੇ ਭਾਵੇਂ ਅਕਾਲੀ ਦਲ ਦੀਆਂ ਤੇ ਭਾਵੇਂ ਕਿਸੇ ਵੀ ਸਿਆਸੀ ਧਿਰ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਇਸ ਗੱਲ ਦੇ ਉੱਤੇ ਅਮਲ ਕਰਨਾ ਚਾਹੀਦਾ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜਿਹੜਾ ਅੰਦੋਲਨ ਅੱਜ ਸਿਖਰ ਦੇ ਉੱਤੇ ਪਹੁੰਚ ਗਿਆ ਇਹੋ ਜਿਹਾ ਅੰਦੋਲਨ ਕਦੇ ਬਣਨਾ ਨਹੀਂ। ਅਸੀਂ ਅਤੀਤ ਦੇ ਵਿੱਚ ਬਹੁਤ ਸਾਰੇ ਅੰਦੋਲਨ ਬਣਾ ਕੇ ਤੇ ਆਪਣੇ ਆਪ ਹੀ ਖਤਮ ਕਰ ਲਏ। ਸਾਡੇ ਵਿੱਚ ਕੁਝ ਕਿ ਇਹੋ ਜਿਹੀਆਂ ਕਾਲੀਆਂ ਭੇਡਾਂ ਵਾੜੀਆਂ ਜਾਂਦੀਆਂ ਤੇ ਐਤਕੀ ਵੀ ਵਾੜੀਆਂ ਜਾਣੀਆਂ ਜਿਨ੍ਹਾਂ ਨੇ ਇਸ ਅੰਦੋਲਨ ਦਾ ਨੁਕਸਾਨ ਕਰਨਾ। ਇਸ ਕਰਕੇ ਕਿਸਾਨ ਭਾਈਚਾਰੇ ਨੂੰ ਇਸ ਨੁਕਤੇ ਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ। ਉਸ ਤੋਂ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਜੀ ਜੇਕਰ ਇਹ ਗੱਲ ਸਾਰੀ ਸਹੀ ਹੈ, ਜੇਕਰ ਗ੍ਰਾਮ ਪੰਚਾਇਤ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਜੋ ਵੀ ਮਤਾ ਪਾਸ ਹੋਵੇ ਤੇ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਤਰਕੀਬ ਨੂੰ ਸਾਨੂੰ ਅਪਣਾ ਲੈਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਵੀ ਮੈਦਾਨ ਦੇ ਵਿੱਚ ਨਿਤਰੇ ਆ। ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਟਰੈਕਟਰ ਪ੍ਰਦਰਸ਼ਨ ਕੀਤਾ ਗਿਆ।
ਆਪ ਟਰੈਕਟਰ ਚਲਾ ਕੇ ਗਏ ਆ। ਚਲੋ ਚੰਗੀ ਗੱਲ ਆ, ਉਹ ਬਾਹਰ ਤਾਂ ਨਿਕਲੇ ਆ, 4 ਗੱਲਾਂ ਤਾਂ ਕੀਤੀਆਂ, ਮੀਡੀਆ ਦੇ ਮੂਹਰੇ ਤਾਂ ਆਏ ਆ, ਕਿਸਾਨ ਭਾਈਚਾਰੇ ਦੇ ਨਾਲ ਜੁੜ ਕੇ ਤਾਂ ਬੈਠੇ ਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਇਸ ਵਕਤ ਭਰੋਸੇਯੋਗ ਸੂਤਰ ਦੱਸਦੇ ਆ ਕਿ ਕਿਸਾਨ ਜਥੇਬੰਦੀਆਂ ਨੂੰ ਆਪਸ ਦੇ ਵਿੱਚ ਲੜਾਉਣ ਦੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ। ਅਸੀਂ ਇਹ ਚਾਹੁੰਦੇ ਆ ਕਿ ਇਹ ਕਿਸਾਨ ਅੰਦੋਲਨ ਨਾ ਵਿਛੜੇ। ਅਸੀਂ ਇਹ ਚਾਹੁੰਦੇ ਆ ਕਿ ਇਹ ਕਿਸਾਨ ਅੰਦੋਲਨ ਆਪਣੀ ਗੱਲ ਨੂੰ ਤਣ ਪੱਤਣ ਲਾ ਕੇ ਹਟੇ। ਅਸੀਂ ਇਹ ਚਾਹੁੰਦੇ ਆ ਕਿ ਕਿਸਾਨਾਂ ਦੇ ਵੱਲੋਂ ਘਾੜੀ ਗਈ ਇਹ ਘਾਲਣਾ ਬੇਕਾਰ ਨਾ ਜਾਵੇ, ਪਰ ਇਹਦੇ ਲਈ ਜ਼ਾਬਤੇ ਦੇ ਵਿੱਚ ਵੀ ਰਹਿਣਾ ਪੈਣਾ ਤੇ ਗਲਤ ਲੋਕਾਂ ਨੂੰ ਪਛਾਣਨਾ ਵੀ ਪੈਣਾ। ਸੜਕਾਂ ਦੇ ਉੱਤੇ ਅਸੀਂ ਬੈਠੇ, ਹੁਣ ਅਸੀਂ ਰੇਲਾਂ ਰੋਕਣੀਆਂ ਅੱਜ ਤੋਂ, ਪਰ ਇਹਨਾਂ ਰੇਲਾਂ ਨੂੰ ਰੋਕਣ ਦੇ ਮੌਕੇ ਸਾਨੂੰ ਕੁਝ ਕੁ ਗੱਲਾਂ ਦਾ ਖਿਆਲ ਰੱਖਣਾ ਪਊਗਾ ਕਿ ਅਸੀਂ ਜਿਹੜੇ ਵੀ ਜ਼ਰੂਰੀ ਕੰਮਕਾਜ ਦੇ ਲਈ, ਭਾਵੇਂ ਐਂਬੂਲੈਂਸ ਆ, ਭਾਵੇਂ ਕੋਈ ਹੋਰ ਕੰਮਕਾਜ ਦੇ ਲਈ ਜਾ ਰਿਹਾ, ਉਹਨੂੰ ਅਸੀਂ ਪਰੇਸ਼ਾਨ ਨਾ ਕਰੀਏ, ਉਹਨਾਂ ਦੀ ਸਹਾਇਤਾ ਕਰੀਏ, ਤਾਂ ਜੋ ਸਾਡਾ ਹਮਦਰਦੀ ਵਾਲਾ ਰੂਪ ਵੀ ਸਾਹਮਣੇ ਆਵੇ ਕਿ ਅਸੀਂ ਆਪਣੀਆਂ ਮੰਗਾਂ ਤਾਂ ਮਨਵਾਉਂਦੇ ਆ, ਪਰ ਸਾਡੇ ਅੰਦਰ ਇਨਸਾਨੀਅਤ ਕਿਵੇਂ ਕੁੱਟ-ਕੁੱਟ ਕੇ ਭਰੀ ਆ। ਅਸੀਂ ਨਿਮਰ ਵੀ ਰਹਿਣਾ, ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣਾ ਪ੍ਰਦਰਸ਼ਨ ਕਰਨਾ, ਤੇ ਜਿਹੜੇ ਵੀ ਗਲਤ ਅਨਸਰ ਸਾਡੇ ਸੰਘਰਸ਼ ਨੂੰ ਤਾਰ ਪੀੜੋ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੰਦੇ ਦੇ ਪੁੱਤ ਵੀ ਬਣਾਉਣਾ, ਪਰ ਜ਼ਾਬਤੇ ਦੇ ਵਿੱਚ ਰਹਿ ਕੇ। ਕਮਾਲ ਦੀ ਗੱਲ ਇਹ ਹੈ ਕਿ ਇਸ ਵਕਤ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਇਸ ਕਦਰ ਜਾਗੇ ਹੋਏ ਆ ਕਿ ਜਿਹੜੇ ਵੀ ਭਾਜਪਾ ਦੇ ਨੇਤਾ ਇਸ ਵਕਤ ਪ੍ਰੈਸ ਕਾਨਫਰੰਸਾਂ ਕਰਕੇ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੀ ਇਹ ਕਿਸਾਨ ਬਿੱਲ ਆ ਜਿਹੜੇ ਉਹ ਤਾਂ ਬਹੁਤ ਕਮਾਲ ਦੇ ਆ, ਇਹ ਤਾਂ ਜੀ ਤੁਹਾਡਾ ਫਾਇਦਾ ਦੁੱਗਣਾ ਕਰਨਗੇ, ਇਹ ਤਾਂ ਤੁਹਾਡੀਆਂ ਫਸਲਾਂ ਦਾ ਮੁੱਲ ਬਹੁਤ ਵਧਾ ਦੇਣਗੇ, ਖੁੱਲ੍ਹੀ ਮੰਡੀ ਦੇ ਵਿੱਚ ਤੁਹਾਨੂੰ ਲਾਭ ਬੜੇ ਹੋਣੇ ਆ। ਮੋਦੀ ਸਾਹਿਬ ਨੇ ਆਜ਼ਾਦੀ ਤੋਂ ਬਾਅਦ ਇੱਕ ਪਹਿਲਾ ਇਹੋ ਜਿਹਾ ਕਦਮ ਚੁੱਕਿਆ ਜਿਹੜਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਚੁੱਕਿਆ। ਜਿਹੜੇ ਇਹੋ ਜਿਹੀਆਂ ਚੀਕਣੀਆਂ ਚੋਪੜੀਆਂ ਤੇ ਬੁੱਕਲ ਦੇ ਵਿੱਚ ਬਹਿ ਕੇ ਗੱਲਾਂ ਕਰਨ ਵਾਲੇ ਚਾਪਲੂਸ ਜਿਹੇ ਲੋਕ ਆ, ਉਹਨਾਂ ਨੂੰ ਪੰਜਾਬ ਦੇ ਕਿਸਾਨ ਹੁਣ ਟੁੱਟ ਕੇ ਪੈਣ ਲੱਗ ਪਏ ਆ। ਲੰਘੇ ਕੱਲ ਬਰਨਾਲੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਨ ਆਏ ਸੀਗੇ ਜਿਹੜੇ ਨੇਤਾ ਭਾਜਪਾ ਦੇ, ਉਹਨਾਂ ਨੂੰ ਕਿਸਾਨਾਂ ਨੇ ਦੌੜਾਇਆ। ਤੇ ਅੱਜ ਸੰਗਰੂਰ ਤੋਂ ਖਬਰ ਪ੍ਰਾਪਤ ਹੋਈ ਹੈ, ਇੱਥੇ ਵੀ ਪ੍ਰੈਸ ਕਾਨਫਰੰਸ ਚੱਲੀ ਸੀਗੀ, ਪਰ ਇੱਥੇ ਵੀ ਕਿਸਾਨ ਪਹੁੰਚ ਗਏ ਤੇ ਉਹਨਾਂ ਨੇ ਕਿਹਾ ਤਿੱਤਰ ਹੋ ਜਾਓ ਇੱਥੋਂ, ਇਹਨਾਂ ਪ੍ਰਵਚਨਾਂ ਦੀ ਕੋਈ ਲੋੜ ਨਹੀਂ, ਸਾਡੀ ਥਾਂ ਦੇ ਉੱਤੇ ਕਦੇ ਬੈਠ ਕੇ ਸੋਚੋ ਸਮਝੋ ਤੇ ਮਹਿਸੂਸ ਕਰੋ, ਤੁਹਾਨੂੰ ਫਿਰ ਪਤਾ ਲੱਗੂਗਾ ਵੀ ਕੀ ਭਾਵ ਵਿਖਦੀ ਹੈ, ਅਸੀਂ ਕਿਹੜੀ ਗੱਲੋਂ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਆ। ਸਾਨੂੰ ਕੋਈ ਸ਼ੌਕ ਨਹੀਂ ਆ ਕਿ ਅਸੀਂ ਪੱਖੇ ਦੇ ਥੱਲੇ ਬਹਿਣ ਦੀ ਥਾਂ ਦੇ ਉੱਤੇ ਅਸੀਂ ਆਪਦੇ ਟੱਬਰ ਦੇ ਜੀਆਂ ਦੇ ਵਿੱਚ ਬਹਿਣ ਦੀ ਥਾਂ ਦੇ ਉੱਤੇ ਸੜਕਾਂ ਦੇ ਉੱਤੇ ਆ ਕੇ ਸੰਘਰਸ਼ ਕਰੀਏ। ਅਸੀਂ ਰੁੱਖੀ ਸੁੱਖੀ ਰੋਟੀ ਖਾ ਕੇ ਥੱਲੇ ਚਾਦਰ ਸੜਕ ਦੇ ਉੱਤੇ ਵਿਛਾ ਕੇ ਤੇ ਉੱਥੇ ਸੌਂਦੇ, ਸਾਡਾ ਵੀ ਜੀ ਕਰਦਾ ਕਿ ਅਸੀਂ ਘਰੇ ਬੈੱਡ ਦੇ ਉੱਤੇ ਮੰਜੇ ਦੇ ਉੱਤੇ ਸੌਈਏ। ਪਰ ਉਸ ਤੋਂ ਬਾਅਦ ਭਾਜਪਾਈ ਨੇਤਾ ਕਹਿੰਦੇ ਵੀ ਤਿੱਤਰ ਵੀ ਹੋ ਗਏ ਆ। ਪਰ ਭਾਜਪਾ ਦੇ ਨੇਤਾ ਜਿਹੜੇ ਉਹ ਇਸ ਵਕਤ ਫਿਕਰਾਂ ਦੇ ਵਿੱਚ ਦਿੱਲੀ ਵਾਲੇ ਜ਼ਰੂਰ ਪਾਏ ਹੋਏ ਆ ਵੀ ਪੰਜਾਬ ਤੋਂ ਸਾਰੀਆਂ ਲਹਿਰਾਂ ਅੱਜ ਤੱਕ ਚੱਲੀਆਂ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਲੋਕ, ਪੰਜਾਬੀ ਜਜ਼ਬੇ ਵਾਲੇ ਜਿਹੜੇ ਇਨਸਾਨ ਆ, ਜਦੋਂ ਉਹ ਮੈਦਾਨ ਦੇ ਵਿੱਚ ਨਿੱਤਰਦੇ ਆ ਤਾਂ ਫਿਰ ਜੰਗ ਨੂੰ ਫਤਿਹ ਕਰਕੇ ਰਹਿੰਦੇ ਆ। ਹੁਣ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਇਹ ਬਿੱਲ ਚਲੇ ਜਾਣੇ ਆ ਜਾਂ ਚਲੇ ਗਏ ਹੋਣੇ ਆ। ਉਹਨਾਂ ਦੇ ਵੱਲੋਂ ਘੁੱਗੀ ਮਾਰਨ ਤੋਂ ਪਹਿਲਾਂ ਜੋ ਅਸੀਂ ਦਬਾਅ ਬਣਾ ਸਕਦੇ ਉਹ ਬਣਾਉਣਾ ਚਾਹੀਦਾ, ਜੋ ਅਸੀਂ ਤਰਕੀਬਾਂ ਸੋਚ ਸਕਦੇ ਉਹ ਸੋਚਣੀਆਂ ਚਾਹੀਦੀਆਂ, ਆਪਣੇ ਹਿੱਤਾਂ ਦੇ ਲਈ, ਆਪਣੇ ਆਉਣ ਵਾਲੇ ਹਿੱਤਾਂ ਦੇ ਵਾਸਤੇ, ਆਪਣੀ ਆਉਣ ਵਾਲੀ ਪੀੜ੍ਹੀ ਦੇ ਵਾਸਤੇ। ਸੋ ਉਸ ਤੋਂ ਅਗਲੀ ਗੱਲ ਇਹ ਆ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦੇ ਆ ਤਾਂ ਹੁਣ ਤੱਕ ਬਹੁਤ ਸਾਰੇ ਖੇਤੀਬਾੜੀ ਮਾਹਰਾਂ ਨੇ ਇਹ ਗੱਲ ਕਹੀ ਹੈ ਕਿ ਫਿਰ ਕਿਸਾਨ ਆਪਣੇ ਹੀ ਖੇਤਾਂ ਦੇ ਵਿੱਚ ਮਜ਼ਦੂਰੀ ਕਰਨ ਦੇ ਲਈ ਮਜਬੂਰ ਹੋਣਗੇ, ਕਿਉਂਕਿ ਵੱਡੀਆਂ ਜਿਹੜੀਆਂ ਫਰਮਾਂ, ਵੱਡੀਆਂ ਜਿਹੜੀਆਂ ਇੰਡਸਟਰੀਆਂ, ਵੱਡੇ ਕਾਰਪੋਰੇਟ ਘਰਾਣੇ ਜਿਹੜੇ, ਉਹਨਾਂ ਦੇ ਕਬਜ਼ੇ ਦੇ ਵਿੱਚ ਜ਼ਮੀਨਾਂ ਚਲੀਆਂ ਜਾਣੀਆਂ ਤੇ ਅਸੀਂ ਫਿਰ 200 400 500 ਰੁਪਏ ਦੇ ਉੱਤੇ ਦਿਹਾੜੀ ਕਰਾਂਗੇ। ਜ਼ਮੀਨ ਭਾਵੇਂ ਸਾਡੇ ਕੋਲੇ 5 ਕਿੱਲੇ ਹੋਵੇ ਤੇ ਭਾਵੇਂ 10 ਕਿੱਲੇ ਹੋਵੇ ਤੇ ਭਾਵੇਂ 8 ਕਿੱਲੇ ਹੋਵੇ। ਸੋ ਅੱਜ ਦੀ ਜਿਹੜੀ ਇੱਕ ਹੋਰ ਖਬਰ ਆਈ ਹੈ ਉਹ ਇਹ ਹੈ ਕਿ ਜਦੋਂ ਹੁਣ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਹੈ ਤਾਂ ਫਾਇਦਾ ਕਿਹਨੂੰ ਹੋਇਆ? ਫਾਇਦਾ ਇਹਦਾ ਜਾਂ ਤਾਂ ਮੰਨੀਏ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਸਾਰਾ ਤਰਕੀਬ ਰਚੀ ਹੈ, ਜਿਨ੍ਹਾਂ ਨੇ ਸਾਰਾ ਇਹ ਡਮਡਮਾ ਰਚਿਆ, ਉਹ ਭਾਵੇਂ ਅੰਬਾਨੀ ਹੋਣ ਤੇ ਭਾਵੇਂ ਅਡਾਨੀ ਹੋਣ, ਪਰ ਉਹਦੇ ਨਾਲ ਸੁਮੇਧ ਸੈਣੀ ਨੂੰ ਵੀ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਫਾਇਦਾ ਹੋਇਆ। ਹਰ ਰੋਜ਼ ਖਬਰਾਂ ਆਉਂਦੀਆਂ ਸੀ ਕਿ ਸੁਮੇਧ ਸੈਣੀ ਕਸੂਤਾ ਫਸ ਗਿਆ, ਸੁਮੇਧ ਸੈਣੀ ਦਾ ਹੁਣ ਪਤਾ ਨਹੀਂ ਲੱਗਦਾ ਕਿੱਧਰ ਗਿਆ, ਸੁਮੇਧ ਸੈਣੀ ਨੂੰ ਬਹੁਤ ਵੱਡੀ ਵਿਪਤਾ ਪੈ ਗਈ ਹੈ, ਸੁਮੇਧ ਸੈਣੀ ਦੀ ਗ੍ਰਿਫਤਾਰੀ ਹੋ ਜਾਣੀ ਹੈ, ਉਹਦੀ ਜ਼ਮਾਨਤ ਨਹੀਂ ਹੋ ਰਹੀ, ਉਹ ਜ਼ੈਡ ਸਿਕਿਉਰਿਟੀ ਨੂੰ ਛੱਡ ਕੇ ਕਿਵੇਂ ਭੱਜ ਗਿਆ, ਉਹਦੀ ਬਦਨਾਮੀ ਬਹੁਤ ਹੋ ਗਈ। ਪਰ ਇਸ ਅੰਦੋਲਨ ਦੇ ਛਿੜਨ ਤੋਂ ਬਾਅਦ ਸਭ ਦਾ ਧਿਆਨ ਉਹਦੇ ਵੱਲੋਂ ਹਟ ਕੇ ਤੇ ਅੰਦੋਲਨ ਦੇ ਵੱਲ ਲੱਗ ਗਿਆ। ਮੈਨੂੰ ਜਾਪਦਾ ਜੀ ਕਿ ਜਿੱਥੇ ਵੀ ਸੁਮੇਧ ਸੈਣੀ ਲੁਕਿਆ ਹੋਊਗਾ ਜਾਂ ਲੁਕੋਇਆ ਗਿਆ ਹੋਊਗਾ, ਉਹ ਬੈਠਾ ਸੋਚਦਾ ਹੋਣਾ ਟੀਵੀ ਦੇਖ ਕੇ ਵੀ ਚਲੋ ਚੰਗਾ ਹੋਇਆ ਮੇਰੇ ਵੱਲੋਂ ਧਿਆਨ ਹਟਿਆ। ਪਰ ਅੱਜ ਸੁਮੇਧ ਸੈਣੀ ਨੂੰ ਇੱਕ ਹੋਰ ਫਾਇਦਾ ਹੋਇਆ, ਰਾਹਤ ਮਿਲੀ ਹੈ, ਕਿਉਂਕਿ ਮਾਣਯੋਗ ਹਾਈ ਕੋਰਟ ਦੇ ਵੱਲੋਂ ਉਹਦੇ ਉੱਤੇ ਜਿੰਨੇ ਵੀ ਮੁਕੱਦਮੇ ਦਰਜ ਹੈ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੇ ਭੇਦ ਭਰੇ ਹਾਲਾਤ ਦੇ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਕੇ ਸੁਪਰੀਮ ਕੋਰਟ ਨੇ ਉਸ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਿਹਾ ਸੀ, ਪਰ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸੈਣੀ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਰਿਹਾ। ਸੁਮੇਧ ਸੈਣੀ ਨੇ ਉਸ ਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫਤਾਰ ਕਰਨ ਦਾ ਖਦਸ਼ਾ ਪ੍ਰਗਟ ਕਰਦਿਆਂ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾ ਦਿੱਤਾ ਤੇ ਹਾਈ ਕੋਰਟ ਨੇ ਉਸ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਬਾਕੀ ਸਾਰੇ ਮਾਮਲੇ ਮੁਲਤਾਨੀ ਕੇਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮੁਲਤਾਨੀ ਮਾਮਲੇ ਦੇ ਵਿੱਚ SHO ਵੱਲੋਂ ਸੈਣੀ ਨੂੰ ਸੰਮਨ ਭੇਜ ਕੇ ਅੱਜ ਸਵੇਰੇ 11 ਵਜੇ ਮਟੌਰ ਥਾਣੇ ਦੇ ਵਿੱਚ SIT ਦੇ ਮੂਹਰੇ ਪੇਸ਼ ਹੋਣ ਵਾਸਤੇ ਕਿਹਾ ਸੀ, ਪਰ ਉਹ ਆਥਣ ਤੱਕ ਥਾਣੇ ਦੇ ਵਿੱਚ ਨਹੀਂ ਪਹੁੰਚਿਆ। SIT ਦੇ ਮੁਖੀ SPD ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਦੇ ਵਿੱਚ ਜਾਂਚ ਕਰ ਰਹੇ DSP ਬਿਕਰਮਜੀਤ ਸਿੰਘ ਬਰਾੜ SHO ਰਾਜੀਵ ਕੁਮਾਰ ਮਟੌਰ ਥਾਣੇ ਵਿੱਚ ਸੈਣੀ ਦਾ ਜਾਂਚ ਦੇ ਵਿੱਚ ਸ਼ਾਮਲ ਹੋਣ ਦਾ ਇੰਤਜ਼ਾਰ ਕਰਦੇ ਰਹੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪੰਜਾਬ ਦੇ ਕਲਾਕਾਰਾਂ ਪਿੱਛੇ ਲੜਦੇ ਲੋਕਾਂ ਦੀਆਂ ਖਬਰਾਂ ਇੱਕ ਪਾਸੇ ਹੋ ਗਈਆਂ, ਸੁਮੇਧ ਸੈਣੀ ਦਾ ਮਾਮਲਾ ਜਿਹੜਾ ਉਹ ਇੱਕ ਪਾਸੇ ਹੋ ਗਿਆ। ਪੰਜਾਬ ਦੇ ਵਿੱਚ ਕਰੋਨਾ ਸਿਖਰ ਦੇ ਉੱਤੇ ਪਹੁੰਚਿਆ ਹੋਇਆ, ਇਹਦੇ ਵੱਲੋਂ ਸਭ ਦਾ ਧਿਆਨ ਪਰੇ ਹੋ ਗਿਆ। ਇਸ ਵਕਤ ਸਿਰਫ ਤੇ ਸਿਰਫ ਇੱਕੋ ਗੱਲ ਸਭ ਦੇ ਜ਼ਿਹਨ ਦੇ ਵਿੱਚ ਗੂੰਜ ਰਹੀ ਹੈ, ਭਾਵੇਂ ਕੋਈ TV ਦੇਖਦਾ, ਭਾਵੇਂ ਅਖਬਾਰ ਪੜ੍ਹਦਾ ਤੇ ਭਾਵੇਂ ਕੋਈ ਵੈਬਸਾਈਟ ਦੇਖਦਾ ਤੇ ਭਾਵੇਂ ਫੇਸਬੁੱਕ ਤੇ ਦੇਖੇ ਕਿ ਕਿਸਾਨ ਅੰਦੋਲਨ ਕਿਵੇਂ ਚੱਲ ਰਿਹਾ। ਇਸ ਕਿਸਾਨ ਅੰਦੋਲਨ ਨੇ ਸੁਮੇਧ ਸੈਣੀ ਤੇ ਕੁਝ ਕੁ ਉਹਨਾਂ ਲੋਕਾਂ ਨੂੰ ਹੋਰਾਂ ਨੂੰ ਰਾਹਤ ਦਿੱਤੀ ਹੋਣੀ ਹੈ ਮੇਰੇ ਖਿਆਲ ਦੇ ਮੁਤਾਬਕ, ਜਿਹੜੇ ਲੋਕਾਂ ਦੀਆਂ ਹਰ ਰੋਜ਼ ਮੀਡੀਆ ਦੇ ਵੱਖ-ਵੱਖ ਅੰਗਾਂ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਖਬਰਾਂ ਆਉਂਦੀਆਂ ਸੀ। ਪਰ ਸੁਮੇਧ ਸੈਣੀ ਹਾਲੇ ਵੀ ਨਹੀਂ ਲੱਭਿਆ, ਕਿਉਂਕਿ SIT ਦੇ ਵੱਲੋਂ ਅੱਜ ਉਹਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਮੰਗ ਕੀਤੀ ਗਈ ਸੀਗੀ ਉਹਨਾਂ ਦੇ ਵੱਲੋਂ ਕਿ ਉਹ ਆਵੇ ਤੇ ਜਿਹੜੀ ਸਾਡੀ ਜਾਂਚ ਪੜਤਾਲ ਕਰਨੀ ਅਸੀਂ ਇਹਦੇ ਵਿੱਚ ਸਹਿਯੋਗ ਦੇਵੇ। ਲੰਘੇ ਕੱਲ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹ ਸੁਮੇਧ ਸੈਣੀ ਦੇ ਚੰਡੀਗੜ੍ਹ ਵਾਲੇ ਘਰ ਦੇ ਕੌਲੇ ਦੇ ਉੱਤੇ ਇੱਕ ਸੰਮਨ ਚਿਪਕਾ ਕੇ ਆਏ ਸੀਗੇ ਵੀ ਇਹਨੇ ਪੇਸ਼ ਹੋਣਾ, ਪਰ ਉਹ ਅੱਜ ਆਇਆ ਨਹੀਂ। ਸੋ ਸੁਮੇਧ ਸੈਣੀ ਕਦੋਂ ਲੱਭਣਾ, ਕਿੱਥੇ ਲੁਕਿਆ ਹੋਇਆ, ਕਿਹਨੇ ਲੁਕੋਇਆ, ਕਿ ਸੱਚੀ ਮੁੱਚੀ ਲੁਕਿਆ, ਉਹਨੇ ਪੇਸ਼ ਹੋ ਕੇ ਕੋਈ ਨਾ ਕੋਈ ਜਾਣਕਾਰੀ ਦੇਣੀ ਹੈ ਕਿ ਨਹੀਂ ਦੇਣੀ, ਜਾਂ ਇਹ ਸਾਰਾ ਮਾਮਲਾ ਇਸੇ ਤਰੀਕੇ ਦੇ ਨਾਲ ਡਿੱਕ ਡੋਲੇ ਖਾਂਦਾ ਰਹੂਗਾ, ਇਹ ਵਕਤ ਬਿਆਨ ਕਰੂਗਾ। ਪਰ ਹੈਰਾਨੀ ਇਸ ਗੱਲ ਦੇ ਉੱਤੇ ਜ਼ਰੂਰ ਹੁੰਦੀ ਹੈ ਕਿ ਸੁਮੇਧ ਸੈਣੀ ਲੱਭਦਾ ਨਹੀਂ, ਉਹ ਫਿਲਮੀ ਅੰਦਾਜ਼ ਦੇ ਵਿੱਚ ਗਾਇਬ ਹੋਇਆ। ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ, ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ। ਸੋ ਇਹ ਵਕਤ ਦੱਸੂਗਾ ਕਿ ਨਵਾਂ ਭੇਤ ਕਿਹੜਾ ਖੁੱਲ੍ਹਦਾ ਤੇ ਉਹ ਕਦੋਂ ਸਾਹਮਣੇ ਪੇਸ਼ ਹੁੰਦਾ। ਬਾਲੀਵੁੱਡ ਦੇ ਵਿੱਚ ਨਸ਼ੇ ਦਾ ਇੰਨਾ ਕੁ ਵੱਡਾ ਕਹਿਰ ਆ ਵੀ ਜਿਹਦਾ ਹਾਲ ਕੋਈ ਨਹੀਂ ਜਾਣ ਸਕਦਾ, ਜਿਹਦੇ ਬਾਬਤ ਜੇਕਰ ਸੱਚ ਬਿਆਨ ਕਰਨ ਲੱਗ ਪਈਏ ਤਾਂ ਬੜੀਆਂ ਪਰਤਾਂ ਖੁੱਲ੍ਹਦੀਆਂ। ਸਮੇਂ-ਸਮੇਂ ਦੇ ਉੱਤੇ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਦੇ ਉੱਤੇ ਦੋਸ਼ ਲੱਗੇ ਆ ਕਿ ਉਹ ਨਸ਼ੇੜੀ ਹੋ ਚੁੱਕੇ ਆ, ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਰੋਲ ਮਾਡਲ ਮੰਨਦੇ ਆ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆ, ਨਵੀਂ ਪੀੜ੍ਹੀ ਖਾਸ ਕਰਕੇ ਮੁੰਡੇ ਕੁੜੀਆਂ ਵੱਖ-ਵੱਖ ਕਲਾਕਾਰਾਂ ਨੂੰ ਦੇਖ ਕੇ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਆ। ਪਰ ਜੇਕਰ ਇਹ ਲੋਕ ਨਸ਼ੇ ਮਾਰੇ ਹੋਣਗੇ, ਜੇਕਰ ਇਹ ਨਕਲੀ ਜ਼ਿੰਦਗੀ ਬਤੀਤ ਕਰਦੇ ਹੋਣਗੇ, ਜੇਕਰ ਇਹ ਨਸ਼ੇ ਦੀ ਲੋਰ ਦੇ ਵਿੱਚ ਫਿਰਦੇ ਹੋਣਗੇ, ਤਾਂ ਫਿਰ ਨਵੀਂ ਪੀੜ੍ਹੀ ਜਿਹੜੀ ਇਹਨਾਂ ਨੂੰ ਆਪਣਾ ਮਾਰਗਦਰਸ਼ਕ ਰਾਹ ਦਸੇਰਾ ਮੰਨਦੀ ਹੈ, ਰੋਲ ਮਾਡਲ ਮੰਨਦੀ ਹੈ, ਉਹਨਾਂ ਦੇ ਮਨਾਂ ਦੇ ਉੱਤੇ ਕੀ ਅਸਰ ਪੈਂਦਾ ਹੋਊਗਾ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਪਿੱਛੇ ਜੇ ਇਹ ਖਬਰਾਂ ਆਈਆਂ ਸੀ ਕਿ ਜੀ ਜੋ ਬਾਲੀਵੁੱਡ ਦੇ ਕਲਾਕਾਰ ਨੇ ਇਹ ਰਾਤ ਦੇ ਵੇਲੇ ਜਿੰਨੀਆਂ ਵੀ ਪਾਰਟੀਆਂ ਕਰਦੇ ਉਹਦੇ ਵਿੱਚ ਕੋਕੀਨ ਦੀ ਬੜੇ ਵੱਡੇ ਪੱਧਰ ਤੇ ਵਰਤੋਂ ਹੁੰਦੀ ਹੈ। ਇੱਕ ਕਰਨ ਜੌਹਰ ਦੀ ਵੀਡੀਓ ਵੀ ਵਾਇਰਲ ਹੋਈ ਸੀ, ਉਹਦੇ ਵਿੱਚ ਕਈ ਕਲਾਕਾਰ ਆ ਜਿਹੜੇ ਉਹ ਬੌਂਦਲੇ 'ਚ ਪਏ ਆ ਤੇ ਬਾਅਦ ਦੇ ਵਿੱਚ ਇਹ ਮਾਮਲਾ ਉੱਠਿਆ। ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਵੀ ਚੁੱਕੀ ਸੀ ਕਿ ਆਹ ਦੇਖੋ ਜੀ ਸਾਰੇ ਨਸ਼ੇ ਮਾਰੇ ਪਏ, ਨਸ਼ੇ ਕਰਦੇ ਆ। ਪਰ ਕਰਨ ਜੌਹਰ ਨੇ ਕਿਹਾ ਸੀ ਵੀ ਜੇਕਰ ਸਾਰੇ ਨਸ਼ੇ ਕਰਦੇ ਹੁੰਦੇ ਤਾਂ ਮੈਂ ਆਪ ਵੀਡੀਓ ਬਣਾ ਕੇ ਥੋੜ੍ਹੀ ਵਾਇਰਲ ਕਰਨੀ ਸੀ, ਇਹ ਤਾਂ ਸਾਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਉਹਦੀ ਸਾਬਕਾ ਸਹੇਲੀ ਰੀਆ ਚੱਕਰਵਰਤੀ ਨੇ ਇਹ ਗੱਲ ਕਹਿਤੀ ਆ। ਉਹਨੇ ਕਿਹਾ ਜੀ ਕਿ ਮੈਂ, ਸਾਰਾ ਅਲੀ ਖਾਨ, ਰੁਕਲਪ੍ਰੀਤ ਤੇ ਕੁਝ ਕੁ ਹੋਰ ਕੁੜੀਆਂ ਜਿਹੜੀਆਂ ਉਹ ਅਸੀਂ ਜਿਮ ਦੇ ਵਿੱਚ ਇਕੱਠੀਆਂ ਹੁੰਦੀਆਂ ਸੀ, ਉੱਥੇ ਨਸ਼ੇ ਪੱਤੇ ਦੀਆਂ ਆਦੀ ਵੀ ਹੋਈਆਂ। ਸੁਸ਼ਾਂਤ ਰਾਜਪੂਤ ਵੀ ਕੇਦਾਰਨਾਥ ਫਿਲਮ ਦੀ ਸ਼ੂਟਿੰਗ ਦੇ ਮੌਕੇ ਤੇ ਨਸ਼ੇ ਪੱਤੇ ਦਾ ਆਦੀ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਹੁਣ ਨਾਰਕੋਟਿਕ ਸੈੱਲ ਦੇ ਵੱਲੋਂ ਪਤਾ ਲੱਗਾ ਜੀ ਕਿ ਦੀਪਿਕਾ ਪਾਦੂਕੋਣ ਨੂੰ ਵੀ, ਸ਼ਰਦਾ ਕਪੂਰ ਨੂੰ ਵੀ ਤੇ ਹੋਰ ਕਈ ਕੁੜੀਆਂ ਜਿਹੜੀਆਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਆ ਤੇ ਪੁੱਛਗਿੱਛ ਵਾਸਤੇ ਸੱਦਿਆ ਗਿਆ। ਇਸ ਵਕਤ ਦੀਪਿਕਾ ਪਾਦੂਕੋਣ ਗੋਆ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਕਹਿੰਦੇ ਆ ਕਿ ਉਹਨੇ 25 ਤਰੀਕ ਨੂੰ ਆਉਣਾ ਹੈਗਾ ਤੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਵਿੱਚ ਉਹਨੇ ਸ਼ਾਮਲ ਹੋਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਸ਼ਾਂਤ ਰਾਜਪੂਤ ਦੀ ਮੌਤ ਦੇ ਨਾਲ ਜੁੜੇ ਡਰੱਗ ਮਾਮਲੇ ਦੇ ਵਿੱਚ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਦੇ ਨਾਂ ਸਾਹਮਣੇ ਆ ਰਹੇ ਨੇ। ਡਰੱਗ ਚੈਟ ਦੇ ਨਾਲ ਜੁੜੀ ਜਾਂਚ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦੀਪਿਕਾ ਪਾਦੂਕੋਣ, ਸ਼ਰਦਾ ਕਪੂਰ, ਸਾਰਾ ਅਲੀ ਖਾਨ ਤੇ ਰੁਕਲਪ੍ਰੀਤ ਸਿੰਘ ਨੂੰ ਸੰਮਨ ਜਾਰੀ ਕੀਤੇ ਨੇ। ਨਾਰਕੋਟਿਕ ਕੰਟਰੋਲ ਬਿਊਰੋ ਦੇ ਸੂਤਰਾਂ ਦੇ ਮੁਤਾਬਕ ਗੋਆ ਦੇ ਵਿੱਚ ਸ਼ੂਟਿੰਗ ਕਰ ਰਹੀ ਦੀਪਿਕਾ ਨੂੰ ਪੁੱਛਗਿੱਛ ਵਾਸਤੇ 25 ਸਤੰਬਰ ਨੂੰ ਬੁਲਾਇਆ ਜਾਵੇਗਾ। ਰੁਕਲਪ੍ਰੀਤ ਨੂੰ 24 ਸਤੰਬਰ, ਸ਼ਰਦਾ ਕਪੂਰ ਤੇ ਸਾਰਾ ਅਲੀ ਖਾਨ ਨੂੰ 26 ਸਤੰਬਰ ਨੂੰ ਪੇਸ਼ ਹੋਣ ਵਾਸਤੇ ਕਿਹਾ। NCB ਯਾਨੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸ਼ਰਦਾ ਤੇ ਸਾਰਾ ਅਲੀ ਨੂੰ ਘਰ ਦੇ ਵਿੱਚ ਜਾ ਕੇ ਸੰਮਨ ਦੇ ਦਿੱਤਾ ਹੈ। ਦੀਪਿਕਾ ਪਾਦੂਕੋਣ ਤੇ ਉਸ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਦਰਮਿਆਨ 28 ਅਕਤੂਬਰ 2017 ਨੂੰ WhatsApp ਦੇ ਉੱਤੇ ਹੋਈ ਗੱਲਬਾਤ ਸਾਹਮਣੇ ਆਈ ਸੀ। ਇਹਦੇ ਵਿੱਚ ਦੀਪਿਕਾ ਹੈਸ਼ ਯਾਨੀ ਕਿ HASH ਤੇ ਵੀਡ ਯਾਨੀ ਕਿ WEED ਵਰਗੇ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਪਾਬੰਦੀਸ਼ੁਦਾ ਡਰੱਗ ਦੇ ਨਾਲ ਜੁੜੀ ਭਾਸ਼ਾ ਦੇ ਵਿੱਚ ਹੈਸ਼ ਯਾਨੀ ਕਿ HASH ਦੀ ਵਰਤੋਂ ਹਸ਼ੀਸ਼ ਦੇ ਲਈ ਕੀਤੀ ਜਾਂਦੀ ਹੈ।
ਸਿਮੋਨ ਸਮੇਤ ਬਾਲੀਵੁੱਡ ਦੇ 25 ਕਲਾਕਾਰਾਂ ਦੇ ਬਾਰੇ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਪਤਾ ਲੱਗਾ ਸੀ। ਇਸ ਵਜ੍ਹਾ ਕਰਕੇ ਸ਼ਰਧਾ ਸਾਰਾ ਰੁਕਲਪ੍ਰੀਤ ਨੂੰ ਸਮਨ ਭੇਜਿਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬਾਲੀਵੁੱਡ ਦੇ ਬਹੁਤ ਵੱਡੇ ਫਨਕਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਰੋੜਪਤੀ, ਅਰਬਪਤੀ, ਖਰਬਪਤੀ ਹੈ, ਉਹ ਵੀ ਇਸ ਮਾਮਲੇ ਦੇ ਵਿੱਚ ਲਿਬੜੇ ਹੋਏ ਆ। ਜੇਕਰ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਹੋਵੇ ਤਾਂ ਬੜੀਆਂ ਵਿੱਚੋਂ ਕੁੰਡੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ। ਪਰ ਸਾਨੂੰ ਇਸ ਗੱਲ ਦੀ ਵੀ ਆਸ ਹੈ ਵੀ ਉਹਨਾਂ ਨੇ ਕੁੰਡੀਆਂ ਦਾ ਪਤਾ ਲੱਗਣ ਨਹੀਂ ਦੇਣਾ, ਕਿਉਂਕਿ ਉਹਨਾਂ ਦੀ ਪਹੁੰਚ ਬਹੁਤ ਉੱਤੋਂ ਤੱਕ ਹੁੰਦੀ ਹੈ। ਕਿਉਂਕਿ ਜਦੋਂ ਉਹ ਜਾਂਦੇ ਆ ਫਿਲਮਾਂ ਦੇ ਵਿੱਚ ਡਾਂਸ ਡੂਸ ਕਰਦੇ ਆ, ਇਹ ਵਿਆਹਾਂ ਦੇ ਵਿੱਚ ਜਾਂਦੇ ਆ, ਨੇਤਾਵਾਂ ਦੇ ਧੀਆਂ ਪੁੱਤਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਜਾਂਦੇ ਆ, ਉਹ ਇਹਨਾਂ ਦੇ ਨਾਲ ਸਾਂਝ ਇਹੋ ਜਿਹੀ ਰੱਖਦੇ ਆ ਕਿ ਨੇਤਾਵਾਂ ਨੇ ਕਈ ਤਰ੍ਹਾਂ ਦੇ ਪਰਦੇ ਪਾਉਣੇ ਹੁੰਦੇ ਇਹਨਾਂ ਦੀਆਂ ਹਰਕਤਾਂ ਦੇ ਉੱਤੇ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ, ਅਸੀਂ ਕਾਨੂੰਨ ਤੋਂ ਵੀ ਬਚ ਜਾਵਾਂਗੇ, ਅਸੀਂ ਮੀਡੀਆ ਤੋਂ ਵੀ ਬਚ ਜਾਵਾਂਗੇ, ਪਰ ਹਰ ਬੰਦਾ ਖੁਦ ਨੂੰ ਤਾਂ ਜਵਾਬਦੇਹ ਹੁੰਦਾ ਕਿ ਮੈਂ ਕਿੱਥੇ ਜੇ ਖੜਾ, ਮੈਂ ਕੀ ਕਰਨਾ। ਕਦੇ ਕਦਾਈ ਬੰਦਾ ਸਵੈ ਚਿੰਤਨ ਤਾਂ ਕਰਦਾ ਹੀ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਕੀ ਕੀਤਾ, ਕੀ ਖੱਟਿਆ, ਮੈਂ ਅੱਜ ਕੀ ਕੀਤਾ, ਕੀ ਗਲਤ ਕੀਤਾ, ਕੀ ਸਹੀ ਕੀਤਾ। ਇਹ ਲੋਕ ਪਤਾ ਨਹੀਂ ਆਪਦੇ ਆਪ ਨੂੰ ਕਿਵੇਂ ਜਵਾਬਦੇਹ ਹੁੰਦੇ ਹੋਣਗੇ। ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਹਿੰਦੀ ਦੀਆਂ ਫਿਲਮਾਂ ਪੰਜਾਬ ਦੇ ਨਸ਼ੇ ਦੇ ਉੱਤੇ ਤਾਂ ਬਣ ਜਾਂਦੀਆਂ ਕਿ ਇਹ ਉੜਤਾ ਪੰਜਾਬ ਆ, ਪਰ ਇਹ ਨਹੀਂ ਪਤਾ ਵੀ ਉੜਤਾ ਬਾਲੀਵੁੱਡ ਵੀ ਹੁਣ ਹੈਗਾ। ਇਸ ਕਰਕੇ ਚਾਹੀਦਾ ਇਹ ਹੈ ਜੀ ਕਿ ਨਸ਼ਾ ਕੋਈ ਵੀ ਨਾ ਕਰੇ, ਭਾਵੇਂ ਉਹ ਪੰਜਾਬ ਦੀ ਜਵਾਨੀ ਹੈ ਤੇ ਭਾਵੇਂ ਇਹ ਫਿਲਮੀ ਕਲਾਕਾਰ ਆ, ਕਿਉਂਕਿ ਨਸ਼ੇ ਨੇ ਨਹੀਂ ਦੇਖਣਾ ਜੀ ਮੈਨੂੰ ਕੌਣ ਵਰਤ ਰਿਹਾ ਤੇ ਮੈਂ ਕਿਹਨੂੰ ਬਰਬਾਦ ਕਰਨਾ ਤੇ ਕਿਹਨੂੰ ਨਹੀਂ ਕਰਨਾ। ਸਿਆਣੇ ਗੱਲ ਕਹਿੰਦੇ ਵੀ ਨਸ਼ਾ ਚਾਹ ਦਾ ਵੀ ਮਾੜਾ, ਪਰ ਜਿਹੜੇ ਲੋਕਾਂ ਨੂੰ ਜਿਹੜੀ ਲੱਤ ਲੱਗ ਜਾਂਦੀ ਹੈ ਤੇ ਉਹ ਫਿਰ ਉਹਨੂੰ ਛੱਡਦੀ ਨਹੀਂ। ਅੱਜ ਇੱਕ ਭੋਜਪੁਰੀ ਫਿਲਮ ਦੀ ਅਦਾਕਾਰਾ ਨੇ ਗੱਲ ਕਹੀ ਹੈ ਕਿ ਬਾਲੀਵੁੱਡ ਦੇ ਵਿੱਚ ਗਰੁੱਪ ਬਣੇ ਹੋਏ ਆ ਵੱਡੇ ਕਲਾਕਾਰਾਂ ਦੇ, ਫਨਕਾਰਾਂ ਦੇ, ਉਹ ਰਾਤ ਦੀਆਂ ਪਾਰਟੀਆਂ ਕਰਦੇ ਤੇ ਜੇਕਰ ਉਹਦੇ ਵਿੱਚ ਕੋਈ ਨਸ਼ਾ ਲੈਣ ਤੋਂ ਇਨਕਾਰ ਕਰੇ ਤਾਂ ਸਾਰਿਆਂ ਦੇ ਵੱਲੋਂ ਉਹਦਾ ਸਮੂਹਿਕ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਜਾਂਦਾ ਤੇ ਉਹਦਾ ਫਿਲਮੀ ਸਫ਼ਰ ਜਿਹੜਾ ਉਹ ਬੇਹੱਦ ਪ੍ਰਭਾਵਿਤ ਹੁੰਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਮਿਹਰਬਾਨੀ।